द हरप्रीत सिंह शो के अज के एपीसोड में आप सब का करता हाँ हार्दिक स्वागत। थोड़ा मेरा साथ होंगे मंडे टू फ्राइडे सवेरे 8 तो लैके 9 बजे तक, मंडे टू थर्सडे रात को 10 तो लैके 11 बजे तक, और सैटरडे को 2 बारी सांझ पाई जाती है, दोपहर में 2 तो लैके 3 बजे तक, और रात 9 तो लैके 10 बजे तक। असी हमेशा ही तुहाडे तक वो टॉपिक्स लैके आते जिन्हों की रेलेवेंस होंगी है साडी जिंदगी नाल। एक बहुत वड्डी समस्या साडे समाज में इस समय बनी पई है डोमैस्टिक वायलेंस यानी कि घरेलू हिंसा। ਅਸੀਂ ਵੇਖ ਰਹੇ ਹਾਂ ਕਿ ਇਹ ਸਮਾਜ ਦੇ ਵਿੱਚ ਦਿਨ ਬ ਦਿਨ ਇਹ ਗੰਭੀਰਤਾ ਦਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਇਸ ਵਿੱਚ ਕਈ ਲੋਕ ਪੜ੍ਹੇ ਹੋਣ ਜਾਂ ਨਾ ਪੜ੍ਹੇ ਹੋਣ ਉਸ ਤੋਂ ਉੱਤੇ ਉੱਠ ਕੇ ਹਰ ਘਰ ਵਿੱਚ ਇਹ ਬਹੁਤ ਜ਼ਿਆਦਾ ਪ੍ਰੋਬਲਮ ਵੱਧਦੀ ਜਾ ਰਹੀ ਹੈ। ਇਸ ਸੰਬੰਧ ਵਿੱਚ ਆਓ ਅੱਜ ਤੁਹਾਡੇ ਨਾਲ ਅਸੀਂ ਬਹੁਤ ਹੀ ਇੱਕ ਇੰਪੋਰਟੈਂਟ ਇਸ਼ੂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਸਾਥ ਦੇਣਗੇ ਪਵਨ ਕੌਰ, ਜਿਹੜੇ ਕਿ ਓਕਨਾਗਨ ਦੇ ਵਸਨੀਕ ਹਨ। ਕੁਝ ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ, ਜੋ ਕੁਝ ਉਹਨਾਂ ਨਾਲ ਹੋਇਆ ਉਹ ਚਾਹੁੰਦੇ ਤੁਹਾਡੇ ਤੱਕ ਪੇਸ਼ ਕਰੀਏ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਅਸਲ ਵਿੱਚ ਸਾਡੇ ਸਮਾਜ ਵਿੱਚ ਕੀ ਹੋ ਰਿਹਾ ਹੈ ਤੇ ਕਿਉਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨਸ, ਸਾਡੇ ਗੁਰਦੁਆਰੇ, ਸਾਡੇ ਮੰਦਰਾਂ ਨੂੰ ਇਹ ਇਸ਼ੂਜ਼ ਨੂੰ ਸੀਰੀਅਸਲੀ ਲੈ ਕੇ ਇਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ। ਸਵਾਗਤ ਕਰਦੇ ਹਾਂ ਪਵਨ ਕੌਰ ਦਾ। ਜੀ ਆਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਪਵਨ, ਥੋੜ੍ਹਾ ਜਿਹਾ ਪਿਛੋਕੜ ਤੁਹਾਡੇ ਬਾਰੇ, ਤੁਸੀਂ ਕਿੱਥੇ ਪਲੇ ਤੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ? ਅਸੀਂ ਕਿਉਂਕਿ ਧਰਮ ਦੀ ਬਹੁਤ ਆੜ ਲੈਂਦੇ ਹਾਂ ਤੇ ਸਮਝਦੇ ਹਾਂ ਕਿ ਧਰਮ ਦੀ ਆੜ ਲੈ ਕੇ ਅਸੀਂ ਇੱਕ ਚੰਗੇ ਇਨਸਾਨ ਬਣ ਸਕਦੇ ਹਾਂ। ਸੋ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ, ਪਰਵਰਿਸ਼ ਕਿਹੋ ਜਿਹੀ ਸੀ? ਪਰਵਰਿਸ਼ ਸਾਡੀ ਵਧੀਆ ਸੀਗੀ। ਸਾਡੇ ਪੇਰੈਂਟਸ ਆਲ ਦ ਟਾਈਮ ਕੰਮ ਕਰਦੇ ਸੀ, ਫਾਰਮਿੰਗ ਬਿਜ਼ਨਸ ਦੇ ਵਿੱਚ ਸੀਗੇ ਸੀ। ਮੇਰੇ ਗ੍ਰੈਂਡਫਾਦਰ ਸਾਡੀ ਜ਼ਿਆਦਾ ਟੇਕ ਕੇਅਰ ਕੀਤੀ। 18 ਆਵਰਸ ਅ ਡੇ ਮੇਰੇ ਪੇਰੈਂਟਸ ਕੰਮ ਕਰਦੇ ਹੁੰਦੇ ਸੀਗੇ। ਸੋ ਬੇਅਰਲੀ ਸਾਡੀ ਲਾਈਫ ਦੇ ਵਿੱਚ ਥੋੜ੍ਹੇ ਘੱਟ ਹੀ ਸੀਗੇ ਜਦੋਂ ਅਸੀਂ ਛੋਟੇ ਸੀਗੇ। ਸੋ ਮੋਸਟਲੀ ਮੇਰੇ ਗ੍ਰੈਂਡਫਾਦਰ ਨੇ ਸਾਡੀ ਟੇਕ ਕੇਅਰ ਕੀਤੀ। ਸੋ ਪੜ੍ਹਾਈ ਦੇ ਪੱਖ ਤੋਂ ਤੁਸੀਂ ਕਿੰਨਾ ਪੜ੍ਹੇ ਹੈਗੇ ਹੋ? ਮੈਂ ਡਿਗਰੀ ਆਪਣੀ ਕੀਤੀ ਹੈ ਮਾਰਕੀਟਿੰਗ 'ਚ, ਬਿਜ਼ਨਸ ਐਡਮਿਨਿਸਟ੍ਰੇਸ਼ਨ ਇਨ ਮਾਰਕੀਟਿੰਗ। ਓਕੇ। ਐਂਡ ਓਕਨਾਗਨ ਵਿੱਚ ਤੁਸੀਂ ਕਾਫੀ ਸਾਲ ਰਹੇ ਤੇ ਉਸ ਤੋਂ ਬਾਅਦ ਲੋਅਰ ਮੇਨਲੈਂਡ ਵਿੱਚ ਆ ਗਏ? ਯੈਸ, ਲੋਅਰ ਮੇਨਲੈਂਡ 'ਚ ਮੈਂ ਆਈ ਸੀਗੀ ਜੌਬ ਵਾਸਤੇ। ਉੱਥੇ ਮੈਨੂੰ ਜੌਬ ਨਹੀਂ ਮਿਲਦੀ ਪਈ ਸੀਗੀ ਜਿੱਥੇ ਜੋ ਮੈਂ ਸਟੱਡੀ ਕੀਤਾ ਸੀਗਾ। ਸੋ naturally city 'ਚ ਹੀ ਆਉਣ ਦਾ ਫਿਰ ਫਾਇਦਾ ਪੈਂਦਾ ਸੀਗਾ। ਸੋ ਦੈਟਸ ਵਾਈ ਫਿਰ ਇੱਥੇ ਮੈਂ 2005 ਦੇ ਵਿੱਚ ਮੂਵ ਹੋਈ। ਸੋ 2005 ਵਿੱਚ ਇੱਥੇ ਆ ਕੇ ਤੁਸੀਂ ਕੰਮ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਹਰ ਇੱਕ ਮਾਪਿਆਂ ਦੀ ਇਹ ਖਾਹਿਸ਼ ਹੁੰਦੀ ਹੈ ਕਿ ਆਪਣੇ ਬੱਚੇ ਦਾ ਵਿਆਹ ਕੀਤਾ ਜਾਏ ਤੇ ਉਸ ਵਾਸਤੇ ਚੰਗੇ ਤੋਂ ਚੰਗਾ ਵਰ ਜਿਹੜਾ ਉਹ ਲੱਭਿਆ ਜਾਵੇ। ਹਾਂਜੀ। ਇੱਕ ਚੀਜ਼ ਜਿਹੜੀ ਬਹੁਤ ਜ਼ਿਆਦਾ ਪ੍ਰੈਵਲੈਂਟ ਹੈਗੀ ਹੈ ਉਹ ਇਹ ਹੈਗੀ ਹੈ ਕਿ ਇੱਥੇ ਸਾਡੀ ਆਬਾਦੀ ਬਹੁਤ ਵੱਧ ਗਈ, ਲੇਕਿਨ ਅਜੇ ਵੀ ਅਸੀਂ ਪੰਜਾਬ ਵਾਲੇ ਪਾਸੇ ਭੱਜਦੇ ਹੈਗੇ ਹਾਂ ਤੇ ਲੜਕਾ ਹੋਵੇ ਜਾਂ ਲੜਕੀ, ਅਸੀਂ ਇਹੀ ਸਮਝਦੇ ਹਾਂ ਕਿ ਉੱਥੋਂ ਬੱਚੇ ਨੂੰ ਲਿਆ ਕੇ ਇੱਥੇ ਵਿਆਹ ਕਰ ਦੇਣਾ ਚਾਹੀਦਾ ਹੈਗਾ। ਸੋ ਕੀ ਘਰ ਦੇ ਵਿੱਚ ਤੁਹਾਡੇ ਵੀ ਇਹੋ ਹੀ ਕੁਝ ਹੋਇਆ ਜਾਂ ਇੱਥੇ ਕਿਉਂਕਿ ਤੁਸੀਂ ਰਹਿੰਦੇ ਸੀ, ਅੱਜ ਕੱਲ੍ਹ ਦੇ ਜਿਹੜਾ ਸਮਾਜ ਹੈ ਉਸ ਦੇ ਵਿੱਚ ਆਪਣੇ ਬॉयਫ੍ਰੈਂਡਸ ਜਾਂ ਆਪਣੇ ਹੋਰ ਜਿਹੜੇ ਜਾਣ ਪਛਾਣ ਵਾਲੇ ਹੁੰਦੇ ਨੇ ਉਹਦੇ 'ਚ ਵਿਆਹ ਹੋਣਾ ਚਾਹੀਦਾ ਹੈ। ਸੋ ਤੁਹਾਡੇ ਘਰ ਵਾਲਿਆਂ ਦਾ ਕੀ ਸੋਚ ਹੈਗੀ ਸੀ? ਸਾਡੇ ਇੱਦਾਂ ਸੀਗਾ ਕਿ ਬਿਕਾਜ਼ ਅਸੀਂ ਛੋਟੇ ਟਾਊਨ ਤੋਂ ਸੀਗੇ, ਉੱਥੇ ਬਾਲੇ ਜਦੋਂ ਤੁਸੀਂ ਗਰੋ ਅਪ ਹੁੰਦੇ ਆ ਇਟਸ ਮੋਰ ਆਫ ਅ ਬ੍ਰਦਰ ਸਿਸਟਰ ਰਿਲੇਸ਼ਨਸ਼ਿਪ। ਜੀ। ਇਸ ਕਰਕੇ ਕੁਛ ਇੱਦਾਂ ਪਰਸੂ ਨਹੀਂ ਹੁੰਦਾ ਹੈਗਾ ਛੋਟੇ ਟਾਊਨ ਦੇ ਵਿੱਚੋਂ। ਫਿਰ naturally mom ਹੁਣੀ ਡਿਸਾਈਡ ਕੀਤਾ ਸੀਗਾ ਕਿ ਅਰੇਂਜ ਮੈਰਿਜ ਇਜ਼ ਦ ਬੈਸਟ ਵੇ ਟੂ ਗੋ। ਅਰੇਂਜ ਮੈਰਿਜ ਇਸ ਕਰਕੇ ਇੰਡੀਆ ਤੋਂ ਕਿ ਸਾਡਾ ਕਲਚਰ ਵੀ ਤੁਰਿਆ ਰਵੇ, ਸਾਡੇ ਨਿਆਣਿਆਂ ਨੂੰ ਸਾਡੇ ਜਦੋਂ ਨਿਆਣੇ ਹੋਣੇ ਉਹਨਾਂ ਨੂੰ ਪੰਜਾਬੀ ਤਾਂ ਸਾਡੀ ਕਲਚਰ ਆਉਂਦਾ ਹੋਵੇ। ਇਹ ਸੋਚ ਕੇ ਉਹਨਾਂ ਨੇ ਅਰੇਂਜ ਕੀਤਾ ਸੀਗਾ ਕਿ ਮੁੰਡਾ ਇੰਡੀਆ ਤੋਂ ਹੋਣਾ ਚਾਹੀਦਾ ਆ ਤੇ it'll be good. ਰਾਈਟ। ਹੁਣ ਪਵਨ, ਇਹ ਜਿਹੜੀ ਗੱਲ ਹੈਗੀ ਹੈ ਕਿਉਂਕਿ ਆਮ ਤੌਰ ਤੇ ਇਹ ਇੱਕ ਬਹੁਤ ਜ਼ਿਆਦਾ ਚੀਜ਼ ਪ੍ਰੈਵਲੈਂਟ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ, ਜਿਹੜੀ ਕਿ ਛੁਪੀ ਨਹੀਂ ਹੈਗੀ ਕਿ ਅਸੀਂ ਜਦੋਂ ਵੀ ਕੋਈ ਲੜਕਾ ਲੱਭਦੇ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਕੋਈ ਜਾਣ ਪਛਾਣ ਵਾਲਿਆਂ ਵੱਲੋਂ ਹੋਵੇ ਜਾਂ ਫਿਰ ਕੋਈ ਵੱਟੇ ਸੱਟੇ ਵਾਲੀ ਜਿਹੜੀ ਗੱਲ ਆ ਜਾਂਦੀ ਕਿ ਜੀ ਜੇਕਰ ਅਸੀਂ ਤੁਹਾਨੂੰ ਲੈ ਕੇ ਆਵਾਂਗੇ ਤੇ ਨਾਲ ਰਿਸ਼ਤੇਦਾਰ ਆ ਜਾਣਗੇ ਸਾਡੇ ਲੈਣ। ਕੀ ਤੁਹਾਡੇ ਘਰ ਵਿੱਚ ਕੋਈ ਐਸੀ ਗੱਲ ਸੀ? ਐਸੀ ਗੱਲ ਨਹੀਂ ਸੀਗੀ। ਸਾਡੇ ਘਰ ਦੇ ਵਿੱਚ ਇੱਦਾਂ ਸੀ ਕਿ ਜਿਸ ਮੁੰਡੇ ਦੇ ਨਾਲ ਮੇਰਾ ਰਿਸ਼ਤਾ ਔਰ ਦੱਸ ਪਈ ਸੀਗੀ ਉਹ ਮੇਰੇ ਡੈਡ ਦਾ ਬੈਸਟ ਫਰੈਂਡ ਦਾ ਗਾਂ ਰਿਸ਼ਤੇਦਾਰ ਸੀ। ਓਕੇ। ਸੋ ਇਸ ਤਰੀਕੇ ਦੇ ਨਾਲ ਉਹ ਆਇਆ ਸੀਗਾ ਇੱਥੇ ਇੰਟਰਨੈਸ਼ਨਲ ਸਟੂਡੈਂਟ ਤੇ ਉਹਨੂੰ ਕਿਸੇ ਨੇ ਆਈ ਗੈਸ ਮਿਸਗਾਈਡ ਕੀਤਾ ਸੀਗਾ ਕਿ ਤੂੰ ਵਿਆਹ ਕਰਾ ਲਾ ਕਿਸੇ ਕੁੜੀ ਨੂੰ ਪੈਸੇ ਦੇ ਕੇ ਤੇ ਲਾਈਕ ਤੂੰ ਇੱਥੇ ਪੱਕਾ ਹੋ ਜਾਊਗਾ ਤੇ ਫਿਰ ਆਪਣੀ ਫੈਮਿਲੀ ਨੂੰ ਤੂੰ ਸੱਦ ਸਕੂੰਗਾ। ਉਹਦੇ ਆਈਡੀਆ ਦੇ ਵਿੱਚ ਸ਼ਾਇਦ ਇਸ ਤਰੀਕੇ ਦੇ ਨਾਲ ਸੀਗਾ। ਸਾਡਾ ਆਈਡੀਆ ਆਬਵੀਅਸਲੀ ਸੀਗਾ ਚਲੋ ਉਹ ਇੰਟਰਨੈਸ਼ਨਲ ਸਟੂਡੈਂਟ ਆਇਆ ਇੱਥੇ ਆਲਰੇਡੀ ਆਇਆ ਹੋਇਆ, ਸਾਨੂੰ ਇੰਡੀਆ ਜਾਣਾ ਨਹੀਂ ਪੈਣਾ ਹੈਗਾ ਤੇ ਇੰਟਰੋਡਿਊਸ ਯੂ ਐਂਡ ਤੁਸੀਂ ਦੇਖ ਲਓ ਕਿੱਦਾਂ ਜਾਂਦਾ। ਉਹ ਵੀ ਇੰਟਰਨੈਸ਼ਨਲ ਬਿਜ਼ਨਸ ਕਾਮਰਸ ਸਟੂਡੈਂਟ ਸੀ। ਓਕੇ। ਸੋ ਇਸ ਕਰਕੇ ਉਹਨਾਂ ਨੇ ਕੰਪੈਟੇਬਿਲਿਟੀ ਸਾਡੀ ਦੇਖੀ। ਰਾਈਟ। ਸੋ ਤੁਸੀਂ ਇੱਥੇ ਲੜਕੇ ਨੂੰ ਜਦੋਂ ਦੱਸ ਪਈ ਤਾਂ ਉਸ ਨਾਲ ਕੀ ਮੁਲਾਕਾਤ ਕੀਤੀ? ਕੀ ਤੁਸੀਂ ਉਹਦੇ ਨਾਲ ਕੋਈ ਸਮਾਂ ਬਿਤਾਇਆ ਜਿਹਦੇ ਨਾਲ ਕਿ ਅੰਡਰਸਟੈਂਡ ਕਰ ਸਕਦੇ ਹੋ ਉਸਨੂੰ, ਜਾਂ ਇਟ ਵਾਸ ਜਸਟ ਕਿ ਫਾਦਰ ਮਦਰ ਨੇ ਕਹਿ ਦਿੱਤਾ ਹੈਗਾ ਤੇ ਐਜ਼ ਅ ਓਬੀਡੀਐਂਟ ਚਾਈਲਡ ਤੁਸੀਂ ਉਸਨੂੰ ਐਕਸੈਪਟ ਕਰ ਲਿਆ? ਐਜ਼ ਐਨ ਓਬੀਡੀਐਂਟ ਚਾਈਲਡ ਮੈਂ ਐਕਸੈਪਟ ਕਰ ਲਿਆ। ਜਾਂ ਉਹ ਟੋਰਾਂਟੋ ਰਹਿੰਦਾ ਸੀਗਾ, ਮੈਂ ਓਕਨਾਗਨ 'ਚ ਸੀ। ਸਾਡਾ ਫੋਨ ਦੇ ਉੱਤੇ ਬੇਅਰਲੀ ਗੱਲ ਹੁੰਦੀ ਸੀਗੀ। ਆਈ ਮੀਨ ਉਹਨੂੰ ਇੰਗਲਿਸ਼ ਵੀ ਨਹੀਂ ਆਉਂਦੀ ਸੀਗੀ, ਸੋ ਮੈਂ ਪੰਜਾਬੀ ਵਿੱਚ ਉਹਦੇ ਨਾਲ ਗੱਲ ਕਰਦੀ ਸੀ। ਕਮਿਊਨੀਕੇਸ਼ਨ ਵਾਸ ਰੀਅਲੀ ਨਾਟ ਦੇਅਰ ਰਾਈਟ ਇਨ ਦ ਬਿਗਿਨਿੰਗ ਐਂਡ ਆਈ ਥਿੰਕ ਮੈਂ ਜ਼ਿਆਦਾ ਮਾਮ ਹੋਣਾ ਨੂੰ ਖੁਸ਼ ਕਰਨ ਲਈ ਇਸ ਕਰਕੇ ਮੈਂ
ਐਕਸੈਪਟ ਕਰ ਲਿਆ ਸੀਗਾ ਉਸ ਟਾਈਮ ਤੇ ਜੀ ਸੋ ਯਾ ਸਾਡੀ ਗੱਲ ਬੇਅਰਲੀ ਹੁੰਦੀ ਸੀਗੀ ਅਸੀਂ ਮਿਲੇ ਬਟ ਤੇ ਇੰਨਾ ਨਹੀਂ ਸੀਗੀ ਮੈਂ ਟੋਰਾਂਟੋ ਇੱਕ ਵਾਰੀ ਗਈ ਸੀਗੀ ਉਹ ਇੱਥੇ ਵਿਆਹ ਤੋਂ ਪਹਿਲਾਂ ਥੋੜੇ ਮਹੀਨੇ ਆ ਗਿਆ ਬਟ ਸਾਡੀ ਅਸੀਂ ਇੱਕ ਦੂਜੇ ਨੂੰ ਬਾਲਾ ਮਿਲੇ ਨਹੀਂ ਓਕੇ ਸੋ ਟੈਲੀਫੋਨ ਰਾਹੀਂ ਗੱਲਾਂ ਹੋਈਆਂ ਤੇ ਉਸ ਤੋਂ ਬਾਅਦ ਮੈਰਿਜ ਜਿਹੜੀ ਉਹ ਸੈੱਟ ਹੋ ਗਈ ਉਹ ਮੈਰਿਜ ਸੈੱਟ ਹੋ ਗਿਆ ਕਿਸ ਸਾਲ ਵਿੱਚ ਵਿਆਹ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਸਫ਼ਰ ਹੈਗਾ ਉਸ ਦੇ ਬਾਰੇ ਕਿਉਂਕਿ ਬੇਸਿਕਲੀ ਇਸ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੈ ਕਿ ਪਹਿਲਾਂ ਤਾਂ ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਥੈਂਕਸ ਫॉर ਕਮਿੰਗ ਫਾਰਵਰਡ ਕਿਉਂਕਿ ਅੱਜ ਜ਼ਰੂਰਤ ਹੈ ਕਿ ਸਮਾਜ ਵਿੱਚ ਇਹ ਸਭ ਕੁਝ ਸਾਨੂੰ ਪਤਾ ਹੋ ਰਿਹਾ ਹੈ ਲੇਕਿਨ ਅਸੀਂ ਕਈ ਵਾਰੀ ਉਸ ਚੀਜ਼ਾਂ ਨੂੰ ਅੱਗੇ ਲੈ ਕੇ ਨਹੀਂ ਆਉਂਦੇ ਤੁਸੀਂ ਜਦੋਂ ਸਾਡਾ ਇੱਕ ਪ੍ਰੋਗਰਾਮ ਵੇਖਿਆ ਤਾਂ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਅੱਗੇ ਆਏ ਉਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ ਕਿਉਂਕਿ ਇਹ ਚੀਜ਼ ਲੋਕਾਂ ਤੱਕ ਪਹੁੰਚੇ ਤਾਂ ਕਿ ਅਸੀਂ ਸਾਰੇ ਸਟੈਂਡ ਲੈ ਸਕੀਏ ਕਿ ਜੋ ਕੁਝ ਗਲਤ ਹੋ ਰਿਹਾ ਹੈ ਇਹ ਸਹੀ ਨਹੀਂ ਹੈਗਾ ਸੋ ਜਦੋਂ ਵਿਆਹ ਤੁਹਾਡਾ ਸੈੱਟ ਹੋਇਆ ਕਿਹੜਾ ਸਾਲ ਸੀ ਤੇ ਉਸ ਤੋਂ ਬਾਅਦ ਕੀ ਕੁਝ ਹੋਇਆ ਤੁਹਾਡੇ ਨਾਲ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ ਸੋ ਮੇਰਾ ਵਿਆਹ ਸਪਟੈਂਬਰ 2005 ਸੈੱਟ ਹੋਇਆ ਸੀਗਾ ਐਕਚੁਅਲੀ ਮੈਨੂੰ 2 ਮਹੀਨੇ ਪਹਿਲਾਂ ਵਿਆਹ ਤੋਂ ਉਹਨਾਂ ਨੇ ਦੱਸਿਆ ਕਿ ਐਕਚੁਅਲੀ ਉਹਦਾ ਪਹਿਲਾਂ ਵੀ ਵਿਆਹ ਹੋਇਆ ਸੀਗਾ ਕਿਸੇ ਗੋਰੀ ਕੁੜੀ ਨੂੰ ਉਹਨੇ ਮਨੀ ਦੇ ਕੇ ਪੈਸੇ ਦੇ ਕੇ ਉਹਨੇ ਫੇਕ ਵਿਆਹ ਕੀਤਾ ਸੀਗਾ ਸੋ ਇੱਥੇ ਪੱਕਾ ਹੋ ਸਕਦਾ ਹੈ ਗੈਸ ਕਿਸੇ ਨੇ ਉਹਨੂੰ ਗਾਈਡ ਕੀਤਾ ਸੀ ਇਸ ਤਰੀਕੇ ਸੋ ਉਹਦੇ ਪੇਰੈਂਟਸ ਨੇ ਆਬਵੀਅਸਲੀ ਉਹਨੂੰ ਸਪੋਰਟ ਕੀਤੀ ਪੈਸੇ ਭੇਜੇ ਉਹ fraud ਨਿਕਲਿਆ I mean ਉਹ ਵਿਆਹ ਸੌਰੀ defraud ਨਿਕਲਿਆ fraud ਨਿਕਲਿਆ and government ਉਹਨੂੰ ਰਿਪੋਰਟ ਕਰਨਾ ਚਾਹੁੰਦੀ ਸੀਗੀ ਤੇ ਸੋ ਮੇਰੀ ਵੈਡਿੰਗ ਆਲਰੇਡੀ ਸੈੱਟ ਹੋ ਗਈ ਸੀਗੀ ਤਾਂ ਮੈਨੂੰ ਥੋੜੇ ਮਹੀਨੇ ਪਹਿਲਾਂ ਇੱਕ ਹੀ ਮਹੀਨਾ ਐਕਚੁਅਲੀ ਪਹਿਲਾਂ ਪਤਾ ਲੱਗਾ ਕਿ ਤਕਰੀਬਨ ਅਗਸਤ ਦੇ ਕੋਲ ਤੁਹਾਨੂੰ ਪਤਾ ਲੱਗਾ ਪਰ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸਨੇ ਪਹਿਲਾਂ ਵੀ ਇੱਕ ਵਿਆਹ ਕਰਾਇਆ ਜਸ ਕਾਗਜ਼ੀ ਵਿਆਹ ਕਿ ਬਈ ਇੱਥੇ ਰਹਿ ਜਾਏ ਤਾਂ ਉਸ ਸਮੇਂ ਤੁਹਾਨੂੰ ਕੋਈ ਸ਼ੌਕ ਨਹੀਂ ਲੱਗਾ ਕਿਉਂਕਿ ਇੱਥੋਂ ਦੇ ਤੁਸੀਂ ਐਜੂਕੇਟਡ ਹੈਗੇ ਹੋ ਤਾਂ ਕੀ ਤੁਸੀਂ ਆਪਣੇ ਪੇਰੈਂਟਸ ਨਾਲ ਇਹ ਗੱਲਬਾਤ ਕੀਤੀ ਤੇ ਕੀ ਕੋਈ ਤੁਸੀਂ ਸੋਚਿਆ ਕਿ ਉਸ ਸਮੇਂ ਤੁਹਾਡੇ ਪੇਰੈਂਟਸ ਦਾ ਕੀ ਰਿਐਕਸ਼ਨ ਸੀ ਤੇ ਨਾਲ ਜਦੋਂ ਇਹ ਗਲਤ ਚੀਜ਼ ਸਾਹਮਣੇ ਆਈ ਤਾਂ ਕੀ ਤੁਸੀਂ ਇਸ ਨੂੰ ਰੋਕਣ ਲਈ ਕੁਝ ਗੱਲਬਾਤ ਅੱਗੇ ਫੋਰਦਰ ਕੀਤੀ ਰੋਕਣ ਲਈ ਮੈਂ ਕੁਛ ਵਾਲਾ ਕੀਤਾ ਨਹੀਂ ਵਾਟ ਹੈਪਨ ਵਾਸ ਉਹਦੀ ਪਰਸਨੈਲਿਟੀ ਇਦਾਂ ਦੀ ਸੀਗੀ ਕਿ ਉਹ ਲੂ ਕਰ ਦਿੰਦਾ ਹੁੰਦਾ ਸੀਗਾ ਉਹਨੂੰ ਪਤਾ ਸੀਗਾ ਕਿੱਦਾਂ ਗੱਲ ਕਰਨੀ ਆ ਆਈ ਗੈਸ ਜਿਹਨੂੰ ਤੁਸੀਂ ਕਹਿੰਦੇ ਆ ਚਲਾਕ ਬੰਦਾ ਹੁੰਦਾ ਹੈ ਰਾਈਟ ਉਹਨੇ ਮੇਰੇ ਪੇਰੈਂਟਸ ਨੂੰ ਵੀ ਕਨਵਿੰਸ ਕਰ ਲਿਆ ਕਿ ਮੈਨੂੰ ਕਿਸੇ ਨੇ ਗਾਈਡ ਕੀਤਾ ਸੀਗਾ ਕਿ ਮੈਂ ਆਪਣੇ ਡਿਸੀਜਨ ਨਾਲ ਨਹੀਂ ਕੀਤਾ ਮੈਨੂੰ ਕਿਸੇ ਨੇ ਕਿਹਾ ਇਦਾਂ ਕਰਨ ਨੂੰ ਦੈਟਸ ਵਾਈ ਮੈਂ ਕੀਤਾ ਰਾਈਟ ਸੋ ਉਹਨੇ ਇਸ ਤਰੀਕੇ ਦੇ ਨਾਲ ਸਾਨੂੰ ਕਨਵਿੰਸ ਕਰ ਲਿਆ ਕਿ ਉਹ ਇਨੋਸੈਂਟ ਸੀਗਾ ਕਿ ਹੀ ਇਜ਼ ਜਸਟ ਅ ਵਿਕਟਮ to become permanent here ਤੇ ਸੋ ਮੈਂ I felt bad for him ਜੀ ਮੈਂ ਗੱਲਾਂ ਚ ਆ ਗਏ ਮਤਲਬ ਤੁਸੀਂ ਐਗਜ਼ੈਕਟਲੀ ਮੈਂ ਗੱਲਾਂ ਚ ਆ ਗਈ ਤੇ ਹੁਣ ਬੈਕ ਆਬਵੀਅਸਲੀ ਮੈਂ ਦੇਖਦੀ ਆ ਤੇ it's not something that obviously I would have ever done right but at that time I did ਮੈਂ ਕਨਵਿੰਸ ਹੋ ਗਈ ਸੀਗੀ ਕਿ ਮੈਨੂੰ ਇਹਦੀ ਹੈਲਪ ਕਰਨੀ ਚਾਹੀਦੀ ਆ ਇਹ ਮਿਸਗਾਈਡ ਹੋਇਆ ਸੀਗਾ ਸੋ ਮੈਂ ਗਵਰਨਮੈਂਟ ਨੂੰ ਸਟ੍ਰੇਟ ਦੱਸ ਦੇਣਾ ਆ ਕੀ ਐਗਜ਼ੈਕਟਲੀ ਹੋਇਆ ਸੀਗਾ ਤੇ ਇਹਨੂੰ ਟਰੂਥਫੁਲੀ ਮੈਂ ਗਵਰਨਮੈਂਟ ਨੂੰ ਦੱਸ ਦੇਣਾ ਕਿ ਸਾਡਾ ਵਿਆਹ ਰੀਅਲ ਆ ਕਿ ਜੋ ਇਹਦੇ ਨਾਲ ਅੱਗੇ ਹੋਇਆ ਸੀ ਯੈਸ ਇਹਨੇ ਮਿਸਗਾਈਡਡ ਹੋ ਕੇ ਇਹ ਸਟੈਪ ਲਿਆ ਸੀ ਇਹਦੇ ਬਾਰੇ ਹੋਰ ਜਾਣਕਾਰੀ ਲੈਣੇ ਜੀ ਇੱਕ ਲੈਣੇ ਛੋਟੀ ਜਿਹੀ ਬ੍ਰੇਕ ਵਾਪਸ ਆਵਾਂਗੇ ਪਵਨ ਕੌਰ ਜਿਹੜੀ ਆਪਣੀ ਕਹਾਣੀ ਤੁਹਾਡੇ ਨਾਲ ਦਾਸਤਾਨ ਇਹ ਸ਼ੇਅਰ ਕਰ ਰਹੇ ਨੇ ਇਹ ਮਕਸਦ ਇਹੀ ਹੈਗਾ ਕਿ ਜੋ ਕੁਝ ਇਹ ਤੁਹਾਡੇ ਨਾਲ ਅੱਗੇ ਵੀ ਗੱਲਬਾਤ ਕਰਨਗੇ ਕਿ ਇਹ ਚੀਜ਼ਾਂ ਤੋਂ ਅਸੀਂ ਸੁਚੇਤ ਹੋਈਏ ਕਈ ਵਾਰੀ ਅਸੀਂ ਇਹ ਚੀਜ਼ਾਂ ਨੂੰ ਬੜਾ ਨਾਰਮਲ ਲੈ ਲੈਂਦੇ ਹਾਂ ਲੇਕਿਨ ਇਹ ਸਾਡੇ ਬਹੁਤ ਜ਼ਿਆਦਾ ਆਪਣੇ ਸਮਾਜ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ ਇਸ ਵਾਸਤੇ ਜੇਕਰ ਅਸੀਂ ਐਜ਼ ਸਮਾਜ ਅੱਗੇ ਨਹੀਂ ਆਵਾਂਗੇ ਤਾਂ ਇਸ ਨਾਲ ਕਈ ਪਰਿਵਾਰ ਜਿਹੜੇ ਨੇ ਹੋਰ ਟੁੱਟਣਗੇ ਇਸ ਬ੍ਰੇਕ ਤੋਂ ਬਾਅਦ ਹੋਰ ਜਾਣਕਾਰੀ ਲੈਣੇ ਆ